ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ। ਮਾਨਸ ਕੀ ਗਤ ਏਹੀ, ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਵਿਚਾਰਿਆ ਸੀ। 9 ਅਕਤੂਬਰ 1753 ਈਸਵੀ ਨੂੰ ਨਵਾਬ ਕਪੂਰ ਸਿੰਘ ਫੈਜ਼ਲਪੁਰੀਆ ਅਕਾਲ ਚਲਾਣਾ ਕਰ ਜਾਂਦਾ ਹੈ। ਮੀਰ ਮੰਨੂ ਦੇ ਵੱਲੋਂ ਬਹੁਤ ਜ਼ਿਆਦਾ ਸਖਤੀ ਕੀਤੀ ਜਾਂਦੀ ਹੈ। ਮਲਕਪੁਰ ਨਗਰ ਦੇ ਵਿੱਚ ਇੱਕ ਚੌਂਕੀ ਬਣਾਈ ਜਾਂਦੀ ਹੈ ਤਾਂ ਕਿ ਕੋਈ ਵੀ ਸਿੱਖ ਦਰਬਾਰ ਸਾਹਿਬ ਨਾ ਜਾ ਸਕੇ। ਰੱਬ ਦਾ ਸਬੱਬ ਇਹ ਮੀਰ ਮੰਨੂ ਮਲਕਪੁਰ ਚੌਂਕੀ ਦੇ ਵਿੱਚ ਬੈਠਾ ਹੁੰਦਾ ਹੈ ਅਤੇ ਖਬਰ ਮਿਲਦੀ ਹੈ ਕਿ ਸਿੱਖ ਨੇੜੇ ਕਮਾਦ ਦੇ ਵਿੱਚ ਛੁਪੇ ਹੋਏ ਹਨ। ਮੀਰ ਮੰਨੂ ਆਪਣੇ ਵੱਲੋਂ ਹਮਲਾ ਕਰਦਾ ਹੈ। ਇਸ ਹਮਲੇ ਦੇ ਦੌਰਾਨ ਇਹ ਘੋੜੇ ਦੇ ਉੱਪਰੋਂ ਡਿੱਗਦਾ ਹੈ ਅਤੇ ਰਕਾਬ ਦੇ ਵਿੱਚ ਪੈਰ ਫਸਣ ਕਰਕੇ ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦਾ ਹੈ। ਸੱਟਾਂ ਲੱਗ ਜਾਂਦੀਆਂ ਹਨ। 2 ਨਵੰਬਰ 1753 ਈਸਵੀ ਨੂੰ ਇਹ ਘਟਨਾ ਘਟਦੀ ਹੈ। 4 ਨਵੰਬਰ 1753 ਨੂੰ ਮੀਰ ਮੰਨੂ ਮਰ ਜਾਂਦਾ ਹੈ। 1757 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ। ਮੁਲਗਾਨੀ ਬੇਗਮ ਦੇ ਕਹਿਣ 'ਤੇ ਦਿੱਲੀ ਦੇ ਵਿੱਚੋਂ 17 ਕਰੋੜ ਰੁਪਈਆ ਤੈਮੂਰ ਸ਼ਾਹ ਦਾ ਵਿਆਹ ਕੀਤਾ ਜਾਂਦਾ ਹੈ। ਦਿੱਲੀ ਦਾ ਜੋ ਬਾਦਸ਼ਾਹ ਹੈ ਉਸ ਦੀ ਲੜਕੀ ਦੇ ਨਾਲ, ਅਤੇ ਅਹਿਮਦ ਸ਼ਾਹ ਅਬਦਾਲੀ ਆਪ ਖੁਦ ਇੱਕ 16 ਸਾਲ ਦੀ ਲੜਕੀ ਦੇ ਨਾਲ ਵਿਆਹ ਕਰਵਾਉਂਦਾ ਹੈ। ਬਹੁਤ ਜ਼ਿਆਦਾ ਧਨ ਦੌਲਤ ਲੁੱਟ ਕੇ ਜਦੋਂ ਇਹ ਵਾਪਸ ਜਾ ਰਿਹਾ ਹੁੰਦਾ ਹੈ, ਸਰਹਿੰਦ ਦੇ ਨੇੜੇ ਸਨੌਰ ਨਗਰ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਉੱਪਰ ਸਿੱਖ ਹਮਲਾ ਕਰਦੇ ਹਨ। ਲੁੱਟੇ ਹੋਏ ਮਾਲ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਸਿੱਖ ਧੱਕੇ ਦੇ ਨਾਲ ਇਸ ਦੇ ਕੋਲੋਂ ਵੰਡਾ ਲੈਂਦੇ ਹਨ। ਅਹਿਮਦ ਸ਼ਾਹ ਅਬਦਾਲੀ ਜਾਂਦਾ ਹੋਇਆ ਝਨਾਬ ਦੇ ਕਿਨਾਰੇ 'ਤੇ ਆਪਣੇ ਪੁੱਤਰ ਤੈਮੂਰ ਸ਼ਾਹ ਅਤੇ ਇੱਕ ਜਰਨੈਲ ਜਹਾਨ ਖਾਨ ਨੂੰ ਛੱਡ ਜਾਂਦਾ ਹੈ ਅਤੇ ਇਹ ਹਦਾਇਤ ਕਰਦਾ ਹੈ, ਹੁਕਮ ਦਿੰਦਾ ਹੈ ਕਿ ਸਿੱਖਾਂ ਨੂੰ ਕਿਸੇ ਤਰੀਕੇ ਨਾਲ ਖਤਮ ਕਰੋ। ਇੱਥੋਂ ਤੱਕ ਆਪਾਂ ਇਤਿਹਾਸ ਦੀ ਵਿਚਾਰ ਕੀਤੀ ਸੀ। ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1757 ਈਸਵੀ ਦੇ ਵਿੱਚ ਤੈਮੂਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਅਤੇ ਜਹਾਨ ਖਾਨ, ਇਹਨਾਂ ਦੋਵਾਂ ਦੇ ਵੱਲੋਂ ਕਰਤਾਰਪੁਰ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ। ਇਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਈਰਖ ਹੈ, ਨਫ਼ਰਤ ਹੈ, ਕਿਉਂਕਿ ਸਿੱਖ ਜਦੋਂ ਇਹ ਹਿੰਦੁਸਤਾਨ ਨੂੰ ਲੁੱਟਣ ਆਉਂਦੇ ਹਨ, ਇਹਨਾਂ ਦੇ ਰਾਹ ਦੇ ਵਿੱਚ ਰੋੜਾ ਬਣਦੇ ਹਨ।
ਅਹਿਮਦ ਸ਼ਾਹ ਅਬਦਾਲੀ ਇਹਨਾਂ ਨੂੰ ਹੁਕਮ ਕਰਕੇ ਗਏ ਹੈ ਸਿੱਖਾਂ ਨੂੰ ਖਤਮ ਕਰਨਾ, ਤੇ ਇਸੇ ਲਈ ਜਹਾਨ ਖਾਨ ਤੇ ਤੈਮੂਰ ਸ਼ਾਹ ਦੇ ਵੱਲੋਂ ਕਰਤਾਰਪੁਰ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ। ਕਰਤਾਰਪੁਰ ਦੋ ਹਨ, ਇੱਕ ਗੁਰੂ ਨਾਨਕ ਸਾਹਿਬ ਜੀ ਨੇ ਵਸਾਇਆ ਹੋਇਆ ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਇਹ ਕਰਤਾਰਪੁਰ ਜਲੰਧਰ ਤੋਂ 16 ਕਿਲੋਮੀਟਰ ਦੂਰ ਜੋ ਅੰਮ੍ਰਿਤਸਰ ਨੂੰ ਸੜਕ ਜਾਂਦੀ ਹੈ ਉਸ ਦੇ ਉੱਪਰ ਹੈ। ਇਸ ਕਰਤਾਰਪੁਰ ਦੇ ਨਾਲ ਸਿੱਖਾਂ ਦੀਆਂ ਬਹੁਤ ਜ਼ਿਆਦਾ ਸਾਂਝਾਂ ਜੁੜੀਆਂ ਹੋਈਆਂ ਹਨ। ਇਹ ਕਰਤਾਰਪੁਰ ਗੁਰੂ ਅਰਜਨ ਸਾਹਿਬ ਜੀ ਨੇ ਵਸਾਇਆ ਸੀ। ਇੱਥੇ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਸ਼ੀਸ਼ ਮਹਿਲ ਵੀ ਬਣਾਇਆ ਸੀ। ਸਿੱਖਾਂ ਦੇ ਰਹਿਣ ਦੇ ਲਈ ਇੱਕ ਟਿਕਾਣਾ ਬਣਾਇਆ ਗਿਆ ਸੀ। ਜਦੋਂ ਉਸ ਦੀ ਛੱਤ ਲਾਈ ਜਾ ਰਹੀ ਸੀ ਤੇ ਉਹ ਸ਼ਤੀਰ ਟਿਕਾਉਣਾ ਔਖਾ ਹੋਇਆ ਪਿਆ ਸੀ। ਗੁਰੂ ਅਰਜਨ ਸਾਹਿਬ ਜੀ ਨੇ ਉਸ ਸਮੇਂ ਇੱਕ ਟਾਹਲੀ ਦਾ ਬਹੁਤ ਮੋਟਾ ਪੋਰਾ ਟਾਹਣਾ ਵੱਢ ਕੇ ਇੱਕ ਥੰਮ ਦੀ ਜਗ੍ਹਾ ਤੇ ਉਸ ਨੂੰ ਵਰਤਿਆ ਗਿਆ ਤੇ ਸ਼ਤੀਰ ਉਸ ਦੇ ਉੱਪਰ ਟਿਕਾਏ ਗਏ ਤੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਵੀ ਹੁਣ ਇਹ ਸ਼ਤੀਰ ਨਹੀਂ ਡਿੱਗਣਗੇ। ਉਹ ਜੋ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਪੋਰੇ ਦਾ ਥੰਮ ਲਾਇਆ ਸੀ ਹੇਠਾਂ ਛੱਤ ਦੇ, ਉਸੇ ਦੇ ਨਾਮ ਤੇ ਇਸੇ ਗੁਰਦੁਆਰੇ ਦਾ ਨਾਮ ਥੰਮ ਸਾਹਿਬ ਪੈ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇੱਥੇ ਰਹਿੰਦੇ ਰਹੇ ਹੈ ਕਰਤਾਰਪੁਰ ਦੇ ਵਿੱਚ। ਗੁਰੂ ਹਰਗੋਬਿੰਦ ਸਾਹਿਬ ਨੇ ਜੋ ਅਖੀਰਲੀ ਜੰਗ ਕੀਤੀ ਹੈ ਕਰਤਾਰਪੁਰ ਦੀ, ਉਹ ਜੰਗ ਵੀ ਇਸੇ ਜਗ੍ਹਾ ਤੇ ਹੋਈ ਹੈ। ਇੱਥੇ ਹੀ ਪੈਂਦੇ ਖਾਂ ਜਿਹੜਾ ਉਹ ਮਾਰਿਆ ਗਿਆ ਸੀਗਾ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ, ਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਇੱਥੋਂ ਦੀ ਹੀ ਰਹਿਣ ਵਾਲੀ ਸੀ। ਤੇਗ ਮੱਲ ਨੂੰ ਜੇਕਰ ਤੇਗ ਬਹਾਦਰ ਦਾ ਖਿਤਾਬ ਮਿਲਿਆ 9ਵੇਂ ਪਾਤਸ਼ਾਹ ਨੂੰ, ਉਹ ਵੀ ਇਸੇ ਜਗ੍ਹਾ ਤੇ ਮਿਲੇ ਹੈ। ਸੋ ਬਹੁਤ ਸਾਰੀਆਂ ਸਾਂਝਾਂ ਹਨ ਜੋ ਇਸ ਜਗ੍ਹਾ ਦੇ ਨਾਲ, ਇਸ ਅਸਥਾਨ ਦੇ ਨਾਲ ਸਿੱਖਾਂ ਦੀਆਂ ਜੁੜੀਆਂ ਹੋਈਆਂ ਹਨ। ਇਸ ਗੁਰਦੁਆਰੇ ਦੇ ਉੱਪਰ ਇਸ ਜਗ੍ਹਾ ਤੇ ਜਹਾਨ ਖਾਨ ਤੇ ਤੈਮੂਰ ਸ਼ਾਹ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਇਸ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਗਈ, ਸਾੜ ਦਿੱਤਾ ਗਿਆ। ਤੇ ਜਿਹੜਾ ਥੰਮ ਗੁਰੂ ਅਰਜਨ ਸਾਹਿਬ ਜੀ ਨੇ ਟਿਕਾਇਆ ਸੀ ਜੋ ਇੱਕ ਇਤਿਹਾਸਕ ਯਾਦ ਸੀ, ਉਹ ਥੰਮ ਵੀ ਇੱਥੇ ਸੜ ਗਿਆ ਇਸ ਹਮਲੇ ਦੇ ਦੌਰਾਨ। ਸਿੱਖਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ। ਹਮਲੇ ਤਾਂ ਪਹਿਲਾਂ ਵੀ ਹੋਏ ਹੈ। ਜਹਾਨ ਖਾਨ ਦੇ ਪ੍ਰਤੀ ਇਹ ਬਹੁਤ ਰੋਸ ਹੈ ਵੀ ਜੋ ਸਾਡੇ ਗੁਰੂ ਸਾਹਿਬਾਨ ਨੇ ਥੰਮ ਟਿਕਾਇਆ ਸੀ, ਉਹ ਥੰਮ ਹੁਣ ਅਸੀਂ ਨਹੀਂ ਟਿਕਾ ਸਕਦੇ ਤੇ ਨਾ ਹੀ ਸਰੀਰਕ ਰੂਪ ਦੇ ਵਿੱਚ ਸਾਡੇ ਕੋਲ ਹੁਣ ਗੁਰੂ ਹੈਗਾ। ਇਹ ਸਿੱਖਾਂ ਦੇ ਮਨ ਦੇ ਵਿੱਚ ਬਹੁਤ ਹੀ ਇੱਕ ਦੁਖਦਾਈ ਘਟਨਾ ਵੀ ਇੱਕ ਇਤਿਹਾਸਕ ਯਾਦ ਜੋ ਦੁਸ਼ਮਣ ਨੇ ਸਾਡੀ ਖਤਮ ਕਰ ਦਿੱਤੀ। ਜਦੋਂ ਇੱਥੇ ਹਮਲਾ ਕੀਤਾ ਗਿਆ ਉਸ ਸਮੇਂ ਇਸ ਗੁਰਦੁਆਰੇ ਦੇ ਵਿੱਚ ਵਡਭਾਗ ਸਿਉਂ ਸੀ। ਵਡਭਾਗੀਆਂ ਦੀ, ਧੀਰ ਮੱਲੀਆਂ ਦੀ ਗੱਦੀ ਚੱਲਦੀ ਹੈ। ਵਡਭਾਗੀਆਂ ਦੇ ਅੱਜ ਸਿੱਖ ਵੀ ਜਾਂਦੇ ਆ ਨਾ ਧੌਲੀ ਧਾਰ, ਉਹ ਵਡਭਾਗ ਸੂੰ ਜਿਹੜਾ ਧੀਰ ਮੱਲ ਦੀ ਕੁਲ ਦੇ ਵਿੱਚੋਂ ਸੀ। ਧੀਰ ਮੱਲ ਬਾਬਾ ਗੁਰਦਿੱਤੇ ਦਾ ਪੁੱਤਰ ਸੀ। ਗੁਰਦਿੱਤਾ ਗੁਰੂ ਹਰਗੋਬਿੰਦ ਸਾਹਿਬ ਦਾ ਭਰਾ ਸੀ। ਇਹ ਧੀਰ ਮੱਲੀਆਂ ਨੇ ਹੀ ਗੁਰੂ ਤੇਗ ਬਹਾਦਰ ਜੀ ਤੇ ਸੀਹੇ ਮਸੰਦ ਦੇ ਰਾਹੀਂ ਗੋਲੀ ਚਲਾਈ ਸੀ। ਸੋ ਇਹ ਉਸ ਸਮੇਂ ਵਡਭਾਗ ਸਿਉਂ ਇੱਥੇ ਸੀ। ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਹਾਨ ਖਾਨ ਵੱਲੋਂ। ਇਹਦੇ ਨਾਲ ਦੇ ਚੇਲੇ ਵੀ ਗ੍ਰਿਫਤਾਰ ਕੀਤੇ ਗਏ, ਲੇਕਿਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੇ ਚੇਲਿਆਂ ਨੇ ਵਡਭਾਗ ਸਿਉਂ ਨੂੰ ਜੇਲ੍ਹ ਦੇ ਵਿੱਚੋਂ ਭਜਾ ਦਿੱਤਾ ਤੇ
ਇਹ ਹੁਸ਼ਿਆਰਪੁਰ ਵਾਲੇ ਇਲਾਕੇ ਦੇ ਵਿੱਚ ਜੋ ਮੌੜ ਮੰਡੀ ਦਾ ਇਲਾਕਾ, ਉੱਥੇ ਜੰਗਲ ਦੇ ਵਿੱਚ ਜਾ ਕੇ ਲੁਕ ਗਿਆ। ਉਹ ਜੰਗਲ ਦੇ ਵਿੱਚ ਜਿਹੜੇ ਦਰਖਤ ਦੇ ਹੇਠਾਂ ਇਹ ਬੈਠਾ, ਉਸ ਦਰਖਤ ਦੇ ਬਾਰੇ ਇਹ ਗੱਲ ਪ੍ਰਚਲਿਤ ਸੀ ਵੀ ਇਸ ਦਰਖਤ ਦੇ ਉੱਪਰ ਭੂਤ ਰਹਿੰਦੇ ਆ, ਵੀ ਇੱਥੇ ਤਾਂ ਕੋਈ ਰਹਿ ਹੀ ਨਹੀਂ ਸਕਦਾ। ਤੇ ਇਹ ਉੱਥਾ ਡਰਦਾ ਹੋਇਆ ਬੈਠਾ ਰਿਹਾ। ਇਸ ਨੂੰ ਨਹੀਂ ਸੀ ਪਤਾ ਉੱਥੇ ਕੋਈ ਆਜੜੀ ਜੋ ਬੱਕਰੀਆਂ ਚਾਰਨ ਵਾਲੇ ਐ, ਉਹਨਾਂ ਨੇ ਵੇਖਿਆ, ਇਹਦੇ ਨਾਲ ਗੱਲ ਕੀਤੀ ਵੀ ਜਿਹੜੇ ਦਰਖਤ ਹੇਠਾਂ ਤੁਸੀਂ ਬੈਠੇ ਹੋ ਇੱਥੇ ਤਾਂ ਕੋਈ ਬੈਠ ਨਹੀਂ ਸਕਦਾ, ਇੱਥੇ ਤਾਂ ਭੂਤ ਰਹਿੰਦੇ ਆ, ਬੰਦੇ ਦਾ ਨੁਕਸਾਨ ਕਰਦੇ ਆ, ਤੁਸੀਂ ਇੱਥੇ ਕਿਉਂ ਬੈਠੇ ਹੋ। ਇਹਦੇ ਮਨ ਦੇ ਵਿੱਚ ਇੱਕ ਖਿਆਲ ਆਇਆ ਵੀ ਇਹ ਵਧੀਆ ਗੱਲ ਹੈ ਵੀ ਇਸ ਦਰਖਤ ਦੇ ਨਾਲ ਜਾਂ ਇਸ ਜਗ੍ਹਾ ਦੇ ਨਾਲ ਇਹ ਗੱਲ ਜੁੜੀ ਆ ਵੀ ਇੱਥੇ ਭੂਤ ਰਹਿੰਦੇ ਆ, ਮੈਨੂੰ ਇੱਥੇ ਹੀ ਰਹਿਣਾ ਚਾਹੀਦਾ ਕਿਉਂਕਿ ਇੱਥੇ ਕੋਈ ਵੀ ਨਹੀਂ ਆਵੇਗਾ। ਇਹਨੂੰ ਡਰ ਜਹਾਨ ਖਾਨ ਦਾ ਯਾਦ ਹੈ ਤੇ ਇਹ ਉੱਥੇ ਬੈਠਾ ਰਿਹਾ। ਜਦੋਂ ਉੱਥੇ ਹੀ ਬੈਠਾ ਰਿਹਾ, ਲੋਕਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਵੀ ਇਹ ਕੋਈ ਆਮ ਬੰਦਾ ਨਹੀਂ ਹੈ, ਇਹਦਾ ਤਾਂ ਭੂਤ ਵੀ ਕੁਝ ਨਹੀਂ ਵਿਗਾੜ ਸਕਦੇ। ਲੋਕਾਂ ਨੇ ਇਸ ਦੀ ਪੂਜਾ ਕਰਨੀ ਆਰੰਭ ਕਰ ਦਿੱਤੀ। ਹੁਣ ਇਹ ਤਾਂ ਡਰਦਾ ਮਾਰਿਆ ਬੈਠਾ ਸੀ ਤੇ ਜਦੋਂ ਇਸ ਨੂੰ ਪਤਾ ਚੱਲਿਆ ਵੀ ਆਪਣਾ ਇੱਥੇ ਵਧੀਆ ਤੋਰੀ ਫੁਲਕਾ ਚੱਲ ਸਕਦਾ ਹੈ ਤੇ ਇਸ ਨੇ ਚਲਾ ਦਿੱਤਾ ਤੇ ਅੱਜ ਵੀ ਚੱਲਦਾ। ਅੱਜ ਵੀ ਸਿੱਖ ਜਾਂਦੇ ਆ ਉੱਥੇ ਧੌਲੀ ਧਾਰ ਨਹਾਉਣ ਦੇ ਲਈ ਵੀ ਇੱਥੇ ਭੂਤ ਹੈ ਜਿਹੜੇ ਉਹ ਅਸਰ ਨਹੀਂ ਪਾਉਂਦੇ ਮਨੁੱਖ ਦੇ ਉੱਪਰ। ਜਦੋਂ ਇਹ ਹਮਲਾ ਕੀਤਾ ਗਿਆ ਜਲੰਧਰ ਦੇ ਇਸ ਕਰਤਾਰਪੁਰ ਦੇ ਅਸਥਾਨ ਤੇ, ਜੋ ਗੁਰੂ ਅਰਜਨ ਸਾਹਿਬ ਜੀ ਨੇ ਸਰੂਪ ਲਿਖਵਾਇਆ ਸੀ ਭਾਈ ਗੁਰਦਾਸ ਜੀ ਤੋਂ, ਪਹਿਲਾ ਸਰੂਪ, ਉਹ ਸਰੂਪ ਇਹਨਾਂ ਦੇ ਕੋਲ ਸੀ, ਧੀਰ ਮੱਲੀਆਂ ਦੇ ਕੋਲ, ਤੇ ਇਹ ਹੁਣ ਅੱਗੇ ਦੀ ਅੱਗੇ ਵਡਭਾਗ ਸਿਉਂ ਦੇ ਕੋਲ ਸੀ ਕਰਤਾਰਪੁਰ ਦੇ ਵਿੱਚ ਹੀ, ਕਿਉਂਕਿ ਇੱਥੋਂ ਦਾ ਪ੍ਰਬੰਧ ਵੀ ਇਹਨਾਂ ਦੇ ਕੋਲ ਸੀ। ਇਹ ਮੰਨਿਆ ਜਾਂਦਾ ਹੈ ਵੀ ਜਦੋਂ ਇਸ ਗੁਰਦੁਆਰੇ ਨੂੰ ਜਹਾਨ ਖਾਨ ਵੱਲੋਂ ਅੱਗ ਲਾਈ ਗਈ ਹੈ, ਉਹ ਸਰੂਪ ਵੀ ਇੱਥੇ ਸੜ ਗਿਆ। ਇੱਥੇ ਉਹ ਸਰੂਪ ਦੀ ਬੇਅਦਬੀ ਹੋਈ। ਜੋ ਸਾਡੇ ਕੋਲ ਅੱਜ ਸਰੂਪ ਸੁਸ਼ੋਭਿਤ ਹਨ, ਇਹ ਤਾਂ ਜੋ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਵਾਏ ਗਏ ਹੈ ਉਹਦਾ ਉਤਾਰਾ ਹਨ। ਪਰ ਜਿਹੜਾ ਪਹਿਲਾ ਸਰੂਪ ਸੀ ਜਿਹੜਾ ਗੁਰੂ ਅਰਜਨ ਸਾਹਿਬ ਜੀ ਨੇ ਲਿਖਵਾਇਆ, ਉਹ ਧੀਰ ਮੱਲੀਆਂ ਦੇ ਕੋਲ ਸੀ। ਤੇ ਇਸ ਜਗ੍ਹਾ ਤੇ ਜਦੋਂ ਹਮਲਾ ਕੀਤਾ ਗਿਆ, ਉਹ ਇਸ ਹਮਲੇ ਦੇ ਦੌਰਾਨ ਸਾੜਿਆ ਗਿਆ। ਉਹ ਸਰੂਪ ਵੀ ਬੇਅਦਬੀ ਕੀਤੀ ਗਈ, ਇਹ ਮੰਨਿਆ ਜਾਂਦਾ ਹੈ। ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਨ, ਇਹਨਾਂ ਦਾ ਵੀ ਇੱਕ ਵੱਖਰਾ ਇਤਿਹਾਸ ਹੈ। ਸੋ ਵਿਚਾਰਨ ਵਾਲੀਆਂ ਗੱਲਾਂ ਹਨ, ਲੇਕਿਨ ਆਪਣੇ ਕੋਲ ਟਾਈਮ ਨਹੀਂ ਹੈ। ਆਪਾਂ ਜੋ ਲੜੀ ਲੈ ਕੇ ਚੱਲੇ ਹਾਂ ਉਸੇ ਨੂੰ ਵਿਚਾਰਨਾ। ਸੋ ਇਹ ਹਮਲਾ ਕੀਤਾ ਗਿਆ 1757 ਈਸਵੀ ਦੇ ਵਿੱਚ। ਸਿੱਖਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ। ਉਸ ਤੋਂ ਬਾਅਦ ਇਹ ਜਹਾਨ ਖਾਨ ਦੇ ਵੱਲੋਂ ਇਸੇ ਸਾਲ ਹੀ ਦੂਸਰਾ ਹਮਲਾ ਕੀਤਾ ਗਿਆ ਦਰਬਾਰ ਸਾਹਿਬ ਤੇ, ਅੰਮ੍ਰਿਤਸਰ। ਇਸ ਦੇ ਵੱਲੋਂ ਜੋ ਸਰੋਵਰ ਹੈ ਉਹ ਪੂਰ ਦਿੱਤਾ ਗਿਆ, ਬੰਦ ਕਰ ਦਿੱਤਾ ਗਿਆ, ਤੇ ਜੋ ਦਰਬਾਰ ਸਾਹਿਬ ਦੀ ਬਿਲਡਿੰਗ ਹੈ ਉਸ ਦਾ ਵੀ ਨੁਕਸਾਨ ਕੀਤਾ ਗਿਆ ਇਸ ਦੇ ਵੱਲੋਂ। ਜਹਾਨ ਖਾਨ ਨੇ ਸਪੈਸ਼ਲ ਆਪਣੀ ਫੌਜ ਲਾ ਦਿੱਤੀ ਵੀ ਕੋਈ ਵੀ ਸਿੱਖ ਦਰਬਾਰ ਸਾਹਿਬ ਨਾ ਆ ਸਕੇ। ਇਸ ਤਰ੍ਹਾਂ ਇਹਨਾਂ ਨੇ ਉੱਥੇ ਕਬਜ਼ਾ ਕਰ ਲਿਆ। ਪਹਿਲਾਂ ਮੱਸੇ ਰੰਗੜ ਨੇ ਆਪਣਾ ਉਸ ਨੂੰ ਨਿਵਾਸ ਅਸਥਾਨ ਬਣਾ ਲਿਆ ਸੀ, ਪੱਕੇ ਹੀ ਉੱਥੇ ਪ੍ਰਬੰਧ ਕਰਤੇ ਸੀ ਵੀ ਕੋਈ ਵੀ ਨਾ ਆਵੇ ਨਾ ਜਾਵੇ, ਆਪਣੀ ਫੌਜ ਲਾਤੀ ਸੀ। ਹੁਣ ਜਹਾਨ ਖਾਨ ਨੇ ਵੀ ਇਸੇ ਤਰ੍ਹਾਂ ਕੀਤਾ ਵੀ ਜੋ ਅਫਗਾਨੀ ਹਨ, ਅਫਗਾਨੀ ਫੌਜ ਹੈ, ਕਿਉਂਕਿ ਇਹ ਅਫਗਾਨਿਸਤਾਨ ਦੇ ਹਨ, ਤੇ ਇਹਨਾਂ ਨੇ ਵੀ ਆਪਣੇ ਵੱਲੋਂ ਇੱਥੇ ਫੌਜ ਲਾ ਦਿੱਤੀ ਵੀ ਕੋਈ ਵੀ ਇੱਥੇ ਆ ਨਾ ਸਕੇ। ਸਰੋਵਰ ਪੂਰ ਦਿੱਤਾ, ਦਰਬਾਰ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ। ਆਖਰ
ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੁਨੇਹਾ ਮਿਲਦਾ ਬਾਬਾ ਦੀਪ ਸਿੰਘ ਜੀ ਨੂੰ। ਬਾਬਾ ਦੀਪ ਸਿੰਘ ਦਾ ਪਹਿਲਾ ਨਾਮ ਆ ਗਿਆ ਜਦੋਂ ਬੁੱਢਾ ਦਲ ਤੇ ਤਰਨਾ ਦਲ ਬਣਾਏ ਗਏ ਆ, ਉਦੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਡਿਊਟੀ ਬਾਬਾ ਦੀਪ ਸਿੰਘ ਦੇ ਕੋਲ ਸੀ। ਜਦੋਂ ਮਿਸਲਾਂ ਬਣਾਈਆਂ ਗਈਆਂ ਉਦੋਂ ਵੀ ਇੱਕ ਮਿਸਲ ਦੇ ਮੁਖੀ ਬਾਬਾ ਦੀਪ ਸਿੰਘ ਹਨ। ਤੇ ਹੁਣ ਫਿਰ ਇਹ ਇਤਿਹਾਸ ਦੇ ਵਿੱਚ ਨਾਮ ਆਉਣ ਲੱਗੇ ਹੈ। ਬਾਬਾ ਦੀਪ ਸਿੰਘ ਜੀ ਨੂੰ ਸੁਨੇਹਾ ਮਿਲਦਾ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਰਹਿ ਰਹੇ ਹੈ। ਇੱਥੇ ਸੁਨੇਹਾ ਮਿਲਦਾ ਵੀ ਜੋ ਦਰਬਾਰ ਸਾਹਿਬ ਹੈ ਉਸ ਦੇ ਉੱਪਰ ਜਹਾਨ ਖਾਨ ਨੇ ਕਬਜ਼ਾ ਕਰ ਲਿਆ, ਸਰੋਵਰ ਨੂੰ ਪੂਰ ਦਿੱਤਾ, ਦਰਬਾਰ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ, ਉਹ ਜ਼ਾਲਮ ਬੇਅਦਬੀ ਕਰ ਰਹੇ ਹੈ ਧਾਰਮਿਕ ਅਸਥਾਨ ਦੀ। ਬਾਬਾ ਦੀਪ ਸਿੰਘ ਜੀ ਇੱਥੋਂ ਤਲਵੰਡੀ ਸਾਬੋ ਤੋਂ ਤੁਰਦੇ ਹਨ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣ ਦੇ ਲਈ। ਜੋ ਉੱਥੇ ਬੇਅਦਬੀ ਹੋ ਰਹੀ ਹੈ ਉਸ ਨੂੰ ਰੋਕਣ ਦੇ ਲਈ। ਜਦੋਂ ਆਪਾਂ ਉਂਝ ਜੇਕਰ ਬਾਬਾ ਦੀਪ ਸਿੰਘ ਜੀ ਦਾ ਜੀਵਨ ਪੜ੍ਹ ਕੇ ਵੇਖੀਏ, ਬਾ ਕਮਾਲ ਦਾ। ਬਾਬਾ ਦੀਪ ਸਿੰਘ ਨੇ ਜਦੋਂ ਹਥਿਆਰ ਚਲਾਉਣ ਦਾ ਸਮਾਂ ਸੀ ਉਦੋਂ ਕਲਮ ਚਲਾਈ ਹੈ, ਤੇ ਜਦੋਂ ਕਲਮ ਚਲਾਉਣ ਦਾ ਸਮਾਂ ਉਦੋਂ ਹਥਿਆਰ ਚਲਾਏ ਹੈ। ਜ਼ਿਆਦਾਤਰ ਬਜ਼ੁਰਗੀ ਦੇ ਵਿੱਚ ਮਨੁੱਖ ਹੈ ਜਿਹੜਾ ਉਹ ਕਲਮ ਚਲਾਉਂਦਾ। ਕਿਉਂ ਚਲਾਉਂਦਾ? ਉਹਦੇ ਕੋਲ ਜ਼ਿੰਦਗੀ ਦਾ ਤਜਰਬਾ ਹੁੰਦਾ, ਗਿਆਨ ਹੁੰਦਾ, ਤੇ ਉਹ ਕਲਮ ਦੇ ਰਾਹੀਂ ਆਪਣੇ ਗਿਆਨ ਨੂੰ ਅੱਖਰਾਂ ਦੇ ਵਿੱਚ ਪਰੋ ਕੇ ਪ੍ਰਗਟ ਕਰਦਾ ਸੰਸਾਰ ਦੇ ਸਾਹਮਣੇ ਕਿ ਆਹ ਮੇਰੀ ਜ਼ਿੰਦਗੀ ਦਾ ਤਜਰਬਾ ਹੈ। ਤੇ ਜਵਾਨੀ ਦੇ ਪਹਿਰੇ ਮਨੁੱਖ ਹਥਿਆਰ ਚਲਾਉਣ ਦੇ ਵਿੱਚ ਮਾਹਰ ਹੁੰਦਾ, ਤਾਕਤਵਰ ਹੁੰਦਾ, ਸਰੀਰ ਦੇ ਵਿੱਚ ਸ਼ਕਤੀ ਹੁੰਦੀ ਹੈ। ਪਰ ਬਾਬਾ ਦੀਪ ਸਿੰਘ ਜੀ ਦਾ ਜੀਵਨ ਬਾ ਕਮਾਲ ਦਾ। ਜਦੋਂ ਹਥਿਆਰ ਚਲਾਉਣ ਦਾ ਸਮਾਂ ਉਦੋਂ ਕਲਮ ਚਲਾਈ ਹੈ। ਬਾਬਾ ਦੀਪ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਸਭ ਤੋਂ ਜ਼ਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਉਤਾਰੇ ਕੀਤੇ ਹੈ। 5 ਸਰੂਪ ਬਾਬਾ ਦੀਪ ਸਿੰਘ ਜੀ ਨੇ ਜੋ ਉਤਾਰੇ ਕਰਕੇ ਲਿਖੇ ਹੋਏ ਆ, ਜਿਹੜੇ ਵੱਖ-ਵੱਖ ਜਗ੍ਹਾ ਤੇ ਭੇਜੇ ਗਏ। ਜੋ 5ਵਾਂ ਸਰੂਪ ਹੈ ਉਹ ਕਿਸੇ ਹੋਰ ਭਾਸ਼ਾ ਦੇ ਵਿੱਚ ਮੰਨਿਆ। ਇਹ ਮਾਣ ਪ੍ਰਾਪਤ ਹੈ ਬਾਬਾ ਦੀਪ ਸਿੰਘ ਜੀ ਨੂੰ। ਹੁਣ ਇੱਥੇ ਰਹਿ ਰਹੇ ਹੈ, ਜਦੋਂ ਪਤਾ ਚੱਲਦਾ ਬਾਬਾ ਦੀਪ ਸਿੰਘ ਜੀ ਹਥਿਆਰ ਨੂੰ ਚੁੱਕਦੇ ਹੈ ਅਤੇ ਦਰਬਾਰ ਸਾਹਿਬ ਵੱਲ ਨੂੰ ਤੁਰਦੇ ਹਨ। ਤਰਨ ਤਾਰਨ ਦੇ ਇਲਾਕੇ ਤੱਕ ਜਾਂਦਿਆਂ ਬਾਬਾ ਦੀਪ ਸਿੰਘ ਜੀ ਦੇ ਨਾਲ 7000 ਸਿੱਖ ਹੋਰ ਜੁੜ ਗਏ। 7000 ਦੀ ਫੌਜ ਇਕੱਠੀ ਹੋ ਗਈ ਹੈ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਦੇ ਵਿੱਚ। ਤਰਨ ਤਾਰਨ ਦੇ ਨੇੜੇ ਇੱਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ, ਲਕੀਰ ਸਾਹਿਬ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਰੁਕ ਕੇ ਇੱਕ ਲਕੀਰ ਖਿੱਚੀ ਸੀ ਵੀ ਇਸ ਲਕੀਰ ਨੂੰ ਉਹੀ ਪਾਰ ਕਰੇ ਜਿਹੜਾ ਮਨੁੱਖ ਆਪਣਾ ਸ਼ੀਸ ਗੁਰੂ ਨੂੰ ਸਮਰਪਿਤ ਕਰ ਸਕੇ। ਨਹੀਂ ਤੁਸੀਂ ਵਾਪਸ ਮੁੜ ਸਕਦੇ ਹੋ ਜੇ ਕਿਸੇ ਨੇ ਵਾਪਸ ਜਾਣਾ। ਡਾਕਟਰ ਗੰਡਾ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਵੀ ਸਿੱਖ ਇੰਨੇ ਜਾਹੋ ਜਲਾਲ ਦੇ ਵਿੱਚ ਸਨ ਕਿ ਉਹਨਾਂ ਨੇ ਇਸ ਜਗ੍ਹਾ ਤੇ ਆਪਣੇ ਤਣ ਦੇ ਉੱਪਰ ਕੇਸਰ ਛਿੜਕਿਆ ਤੇ ਆਪਣੇ ਗੁੱਟਾਂ ਦੇ ਨਾਲ ਸ਼ਹੀਦੀ ਗਾਨੇ ਬੰਨੇ। ਇੰਨਾ ਚਾਅ ਸੀਗਾ ਸ਼ਹਾਦਤ ਪ੍ਰਾਪਤ ਕਰਨ ਦਾ, ਜਾਂ ਉਸ ਜਹਾਨ ਖਾਨ ਤੋਂ ਜੋ ਬੇਅਦਬੀ ਕਰ ਰਿਹਾ ਉਸ ਨੂੰ ਰੋਕਣ ਦੇ ਲਈ। ਆਖਰ 7000 ਦੀ ਫੌਜ ਲੈ ਕੇ ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਨੂੰ ਚਾਲੇ ਪਾਉਂਦੇ ਹੈ। ਤੇ ਇੱਕ ਜੋ ਇਲਾਕਾ ਹੈ ਗੋਹਲਪੁਰ, ਉਹਦਾ ਨਾਮ ਲਿਖਿਆ ਇਤਿਹਾਸ ਦੇ ਵਿੱਚ। ਇੱਥੇ ਇੱਕ ਪਾਸੇ ਬਾਬਾ ਦੀਪ ਸਿੰਘ ਜੀ ਹਨ 7000 ਦੀ ਫੌਜ, ਤੇ ਦੂਸਰੇ ਪਾਸੇ ਜਹਾਨ ਖਾਨ ਤੈਮੂਰ ਸ਼ਾਹ ਤੇ ਇੱਕ ਬਹੁਤ ਹੀ ਵਧੀਆ ਜਰਨੈਲ ਹੈ ਇਹਨਾਂ ਦੀ ਫੌਜ ਦੇ ਵਿੱਚ, ਜਵਾਨ ਖਾਨ। ਬੜਾ ਹਥਿਆਰ ਦੇ ਵਿੱਚ ਮਾਹਰ ਹੈ, ਹਥਿਆਰਾਂ ਦਾ ਜਾਣਕਾਰ ਹੈ, ਬਹੁਤ ਹੀ ਬਹਾਦਰ ਹੈ।
ਇੱਕ ਪਾਸੇ ਇਹਨਾਂ ਦੀ ਫੌਜ ਹੈ, ਇੱਕ ਪਾਸੇ ਬਾਬਾ ਦੀਪ ਸਿੰਘ ਦੀ। ਇਸ ਗੋਹਲਪੁਰ ਦੇ ਇਲਾਕੇ ਤੇ ਇੱਥੇ ਅਸਥਾਨ ਤੇ ਇੱਕ ਬਹੁਤ ਭਿਆਨਕ ਜੰਗ ਹੁੰਦੀ ਹੈ। ਇਸ ਭਿਆਨਕ ਜੰਗ ਦੇ ਦੌਰਾਨ ਜੋ ਬਹੁਤ ਹੀ ਬਹਾਦਰ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੰਗ ਕਰਨ ਵਾਲਾ ਜਰਨੈਲ ਹੈ ਜਵਾਨ ਖਾਨ, ਉਹ ਬਾਬਾ ਦੀਪ ਸਿੰਘ ਦੇ ਸਾਹਮਣੇ ਆਉਂਦਾ ਹੈ। ਦੋਵਾਂ ਦੇ ਵਿਚਕਾਰ ਜੰਗ ਹੁੰਦੀ ਹੈ। ਬਾਬਾ ਦੀਪ ਸਿੰਘ ਜੀ ਵੱਲੋਂ ਵੀ ਵਾਰ ਕੀਤਾ ਜਾਂਦਾ ਤੇ ਜਵਾਨ ਖਾਨ ਦੇ ਵੱਲੋਂ ਵੀ ਵਾਰ ਕੀਤਾ ਜਾਂਦਾ। ਇਹਨੂੰ ਸਾਂਝਾ ਵਾਰ ਕਹਿਆ ਜਾਂਦਾ। ਦੋਵਾਂ ਦਾ ਨੁਕਸਾਨ ਹੋਇਆ, ਦੋਵੇਂ ਹੀ ਘੋੜਿਆਂ ਤੋਂ ਹੇਠਾਂ ਡਿੱਗ ਪਏ, ਪਰ ਜਵਾਨ ਖਾਨ ਉੱਠਿਆ ਨਹੀਂ, ਬਾਬਾ ਦੀਪ ਸਿੰਘ ਜੀ ਉੱਠ ਖੜੇ। ਆਖਰ ਇੱਕ ਸ਼ੀਸ਼ ਦੇ ਉੱਪਰ ਬਹੁਤ ਵੱਡਾ ਫੱਟ ਲੱਗੇ ਹੈ ਤੇ ਬਾਬਾ ਦੀਪ ਸਿੰਘ ਜੀ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ। ਕਿਸੇ ਵਿਦਵਾਨ ਨੇ ਬਹੁਤ ਸੋਹਣੀਆਂ ਲੈਣਾ ਲਿਖੀਆਂ। ਬਾਬਾ ਦੀਪ ਸਿੰਘ ਜੀ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਵੀ ਸੱਚੇ ਪਾਤਸ਼ਾਹ ਜੀ, ਜੋ ਵੀ ਬੇਅਦਬੀ ਕਰਨਗੇ ਉਹਨਾਂ ਦੁਸ਼ਮਣਾਂ ਦਾ ਮੈਂ ਖਾਤਮਾ ਕਰਾਂਗਾ ਤੇ ਸਿੱਖੀ ਵਿਚਾਰਧਾਰਾ ਨੂੰ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣ ਦੇਵਾਂਗਾ। ਭਾਜੜਾ ਪਾਵਾਂਗਾ ਸਿੱਖੀ ਦੇ ਦੁਸ਼ਮਣਾਂ ਨੂੰ, ਸਿੱਖੀ ਸਿੱਖ ਨੂੰ ਦਾਗ ਨਾ ਲਾਵਾਂਗਾ ਮੈਂ। ਹਰਿਮੰਦਰ ਸਾਹਿਬ ਕੜਾ ਪ੍ਰਸ਼ਾਦ ਚੜਾਉਣ ਲੋਕੀ, ਐ ਪਰ ਸ਼ੀਸ ਦਾ ਪ੍ਰਸ਼ਾਦ ਚੜਾਵਾਂਗਾ ਮੈਂ। ਇਹ ਕਿਸੇ ਵਿਦਵਾਨ ਨੇ ਇੱਕ ਕਲਪਨਿਕ ਲੈਣਾ ਲਿਖੀਆਂ ਵੀ ਜਦੋਂ ਕੋਈ ਦਰਬਾਰ ਸਾਹਿਬ ਜਾਂਦਾ ਹੈ ਨਾ, ਕੋਈ ਵੀ ਸਿੱਖ, ਕੋਈ ਵੀ ਵਿਅਕਤੀ, ਉਹਦੇ ਇੱਕ ਹੱਥ ਦੇ ਵਿੱਚ ਕੜਾਹ ਪ੍ਰਸ਼ਾਦ ਪਕੜਿਆ ਹੁੰਦਾ ਤੇ ਇੱਕ ਹੱਥ ਦੇ ਵਿੱਚ ਜੋ ਭੇਟਾ ਹੈ, ਜੋ ਰੁਪਈਏ ਹਨ, ਜੋ ਗੁਰੂ ਨੂੰ ਅਰਪਣ ਕਰਨੇ ਹਨ, ਉਹ ਪਕੜੇ ਹੁੰਦੇ ਹੈ। ਤੇ ਬਾਬਾ ਦੀਪ ਸਿੰਘ ਜੀ ਨੇ ਇਸ ਤਰ੍ਹਾਂ ਦੀ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ, ਨਾ ਹੀ ਤਾਂ ਮੇਰੇ ਹੱਥ ਦੇ ਵਿੱਚ ਕੜਾਹ ਪ੍ਰਸ਼ਾਦ ਹੈ ਤੇ ਨਾ ਹੀ ਮੇਰੇ ਹੱਥ ਦੇ ਵਿੱਚ ਰੁਪਈਆਂ ਦੇ ਰੂਪ ਦੇ ਵਿੱਚ ਕੋਈ ਭੇਟ ਹੈ। ਮੇਰੇ ਇੱਕ ਹੱਥ ਦੇ ਵਿੱਚ ਤਾਂ ਹਥਿਆਰ ਪਕੜਿਆ ਹੋਇਆ ਤੇ ਇੱਕ ਹੱਥ ਦੇ ਰਾਹੀਂ ਮੈਂ ਸ਼ੀਸ ਨੂੰ ਸਹਾਰਾ ਦਿੱਤਾ ਹੋਇਆ। ਹਰਿਮੰਦਰ ਸਾਹਿਬ ਕੜਾਹ ਪ੍ਰਸ਼ਾਦ ਚੜਾਉਣ ਲੋਕੀ, ਐ ਪਰ ਸ਼ੀਸ ਦਾ ਪ੍ਰਸ਼ਾਦ ਚੜਾਵਾਂਗਾ ਮੈਂ। ਮੇਰੇ ਵੱਲੋਂ ਤਾਂ ਇਹੀ ਭੇਟਾ ਕਬੂਲ ਕਰ ਲਈ। ਤੇ ਇਸੇ ਤਰੀਕੇ ਦੇ ਨਾਲ ਲੜਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਪਹੁੰਚਦੇ ਹੈ। ਉੱਥੇ ਹੀ ਜਾ ਕੇ ਸ਼ਹਾਦਤ ਪ੍ਰਾਪਤ ਕਰਦੇ ਹੈ। ਅੱਜ ਵੀ ਜੋ ਦੱਖਣ ਵਾਲੀ ਵਾਹੀ ਹੈ, ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਬਾਬਾ ਦੀਪ ਸਿੰਘ ਜੀ ਦਾ ਅਸਥਾਨ ਬਣਿਆ ਹੋਇਆ ਪਰਿਕਰਮਾ ਦੇ ਵਿੱਚ। ਤੇ ਇਸ ਤਰੀਕੇ ਦੇ ਨਾਲ ਇਸ ਜੰਗ ਦੇ ਦੌਰਾਨ ਜਹਾਨ ਖਾਨ ਤੋਂ ਜੋ ਉਸ ਵੱਲੋਂ ਬੇਅਦਬੀ ਕੀਤੀ ਜਾਂਦੀ ਹੈ, ਦਰਬਾਰ ਸਾਹਿਬ ਤੇ ਕਬਜ਼ਾ ਕੀਤਾ ਹੋਇਆ, ਉਸ ਨੂੰ ਛਡਵਾਇਆ ਜਾਂਦਾ ਹੈ। ਜਹਾਨ ਖਾਨ ਦੀਆਂ ਫੌਜਾਂ ਹਾਰ ਜਾਂਦੀਆਂ ਹਨ। ਇਸ ਜੰਗ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਜਿੱਤ ਹੁੰਦੀ ਹੈ। ਇਹ ਘਟਨਾ ਜਿਹੜੀ ਉਹ 1757 ਈਸਵੀ ਦੀ ਹੈ। ਇਸ ਤੋਂ ਬਾਅਦ ਦਰਬਾਰ ਸਾਹਿਬ ਦੀ ਕਾਰ ਸੇਵਾ ਚੱਲਦੀ ਹੈ। ਉਸ ਸਰੋਵਰ ਨੂੰ ਵੀ ਖਾਲੀ ਕੀਤਾ ਜਾਂਦਾ ਹੈ। ਜੋ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ, ਉਹ ਨੁਕਸਾਨ ਨੂੰ ਵੀ ਦੁਬਾਰੇ ਕਾਰ ਸੇਵਾ ਦੇ ਰਾਹੀਂ ਜੋ ਨੁਕਸਾਨ ਹੋਇਆ ਇਮਾਰਤ ਦਾ, ਉਸ ਦੀ ਮੁਰੰਮਤ ਕੀਤੀ ਜਾਂਦੀ ਹੈ। 1757 ਈਸਵੀ ਦੇ ਵਿੱਚ ਸਿੱਖ ਇੱਕ ਸੰਧੀ ਕਰਦੇ ਹੈ। ਇੱਕ ਨਾਮ ਹੈ ਅਦੀਨਾ ਵੇਗ। ਇਹ ਅਦੀਨਾ ਵੇਗ ਇੱਕ ਇਹੋ ਜਿਹਾ ਹਾਕਮ ਹੋਇਆ ਵੀ ਇਹ ਸਮੇਂ ਦੇ ਹਿਸਾਬ ਨਾਲ ਬਦਲ ਜਾਂਦਾ ਸੀ। ਇਹ ਅਦੀਨਾ ਵੇਗ ਦੇ ਵੱਲੋਂ 1757 ਈਸਵੀ ਦੇ ਵਿੱਚ ਇੱਕ ਸੰਧੀ ਕੀਤੀ ਗਈ ਤੇ ਇਹ ਸੰਧੀ ਤਿੰਨ ਫੌਜਾਂ ਦੇ ਵਿਚਕਾਰ ਹੋਈ। ਇੱਕ ਸਿੱਖ ਫੌਜਾਂ ਹਨ, ਇੱਕ ਰਾਜਪੂਤ ਹਨ। ਰਾਜਪੂਤ ਵੀ ਜੰਗ ਕਰਨ ਦੇ ਵਿੱਚ ਮਾਹਰ ਮੰਨੇ ਗਏ ਹੈ ਤੇ ਇਹ ਇੱਕ ਅਦੀਨਾ ਵੇਗ ਹੈ। ਅਦੀਨਾ ਵੇਗ ਦੀ ਫੌਜ ਦੀ ਗਿਣਤੀ 10,000 ਹੈ, ਸਿੱਖਾਂ ਦੀ ਗਿਣਤੀ ਫੌਜ ਦੀ 12,000 ਹੈ ਤੇ ਜੋ ਰਾਜਪੂਤ ਉਹਦੀ ਗਿਣਤੀ ਹੈ ਜਿਹੜੀ 15,000 ਦੀ ਫੌਜ ਹੈ।
ਇਹਨਾਂ ਵੱਲੋਂ ਇੱਕ ਸੰਧੀ ਕੀਤੀ ਜਾਂਦੀ ਹੈ। ਅਦੀਨਾ ਵੇਗ ਇਹ ਸੰਧੀ ਕਰਵਾਉਂਦਾ ਹੈ, ਆਪ ਵਿੱਚ ਵੀ ਸ਼ਾਮਲ ਹੈ, ਇਹਦੇ ਵੱਲੋਂ ਹੀ ਪ੍ਰਬੰਧ ਕੀਤਾ ਗਿਆ ਹੈ, ਕਿਉਂਕਿ ਇਹ ਡਰ ਰਹੇ ਆ ਵੀ ਜਹਾਨ ਖਾਨ ਕਿਤੇ ਮੈਨੂੰ ਖਤਮ ਨਾ ਕਰ ਦੇਵੇ। ਇਸ ਤਰ੍ਹਾਂ ਦਾ ਸਮਝੌਤਾ ਕੀਤਾ ਜਾਂਦਾ ਵੀ ਆਪਾਂ ਨੂੰ ਲਾਹੌਰ ਤੇ ਕਬਜ਼ਾ ਕਰ ਲੈਣਾ ਚਾਹੀਦਾ, ਤਿੰਨਾਂ ਨੂੰ ਰਲ ਕੇ, ਤਿੰਨੇ ਹੀ ਫੌਜਾਂ ਨੂੰ। ਇਹ ਸਮਝੌਤਾ ਕਰਕੇ ਇਹ ਤਿੰਨੇ ਹੀ ਫੌਜਾਂ, ਅਦੀਨਾ ਵੇਗ ਦੀ ਫੌਜ ਹੈ, ਰਾਜਪੂਤਾਂ ਦੀ ਫੌਜ ਹੈ, ਸਿੱਖਾਂ ਦੀ ਫੌਜ ਹੈ, ਸਾਰੇ ਹੀ ਰਲ ਕੇ 1757 ਈਸਵੀ ਦੇ ਵਿੱਚ ਹੀ ਲਾਹੌਰ ਦੇ ਉੱਪਰ ਹਮਲਾ ਕਰਦੇ ਹੈ। ਤੇ ਲਾਹੌਰ ਦੇ ਉੱਪਰ ਜਹਾਨ ਖਾਨ ਦਾ ਕਬਜ਼ਾ ਹੈ, ਤੈਮੂਰ ਸ਼ਾਹ ਦਾ, ਜੋ ਅਫਗਾਨਿਸਤਾਨ ਦੇ ਹੈ। ਇਹ ਹਮਲਾ ਇੰਨਾ ਭਿਆਨਕ ਕੀਤਾ ਜਾਂਦਾ ਹੈ ਕਿਉਂਕਿ ਇੱਕ ਪਾਸੇ ਤਿੰਨ ਤਾਕਤਾਂ ਨੇ ਇਕੱਠੀਆਂ, ਇੱਕ ਪਾਸੇ ਜਹਾਨ ਖਾਨ ਹੈ। ਇਸ ਹਮਲੇ ਦੇ ਦੌਰਾਨ ਜਹਾਨ ਖਾਨ ਡਰ ਕੇ ਵੀ ਸਿੱਖ ਮੈਨੂੰ ਖਤਮ ਕਰ ਦੇਣਗੇ, ਜਾਂ ਅਦੀਨਾ ਵੇਗ ਜਾਂ ਰਾਜਪੂਤ, ਇਹ ਅਫਗਾਨਿਸਤਾਨ ਰਾਤ ਨੂੰ ਦੌੜ ਜਾਂਦਾ, ਛੱਡ ਜਾਂਦਾ ਲਾਹੌਰ ਨੂੰ, ਵੀ ਨਹੀਂ ਮੇਰੇ ਨਾਲ ਬੁਰੀ ਕਰਨਗੇ। ਇਹ ਜਹਾਨ ਖਾਨ ਅਫਗਾਨਿਸਤਾਨ ਦੌੜ ਗਿਆ, ਲਾਹੌਰ ਦੇ ਉੱਪਰ ਸਿੱਖਾਂ ਦਾ ਕਬਜ਼ਾ ਹੋ ਗਿਆ। ਤੇ ਉਸ ਸਮੇਂ 200 ਅਫਗਾਨੀ ਫੌਜੀ ਸਿੱਖਾਂ ਨੇ ਗੁਲਾਮ ਬਣਾ ਲਏ, ਲਾਹੌਰ ਦੇ ਵਿੱਚੋਂ ਕੈਦੀ ਬਣਾ ਲਏ ਗਏ। ਉਹ ਜਿਹੜੇ ਅਫਗਾਨੀ ਫੌਜੀ ਸਨ ਉਹ ਬੜੇ ਹੀ ਡਰੇ ਹੋਏ ਐ, ਡਰ ਰਹੇ ਐ ਵੀ ਅਸੀਂ ਹੁਣ ਸਿੱਖਾਂ ਦੇ ਗੁਲਾਮ ਹੋ ਗਏ ਆ, ਸਾਨੂੰ ਕੈਦੀ ਬਣਾ ਲਿਆ, ਪਤਾ ਨਹੀਂ ਇਹ ਕਿਹੋ ਜਿਹੇ ਹੁਣ ਤਸੀਹੇ ਦੇਣਗੇ, ਤਸੱਦਦ ਕਰਨਗੇ। ਜੋ ਸਿੱਖ ਹਨ ਉਹ ਅਫਗਾਨੀ ਫੌਜੀਆਂ ਨੂੰ ਕਹਿੰਦੇ ਆ ਵੀ ਅਸੀਂ ਤੁਹਾਡੇ ਤੇ ਕੋਈ ਇਹੋ ਜਿਹਾ ਤਸੱਦਦ ਨਹੀਂ ਕਰਾਂਗੇ ਜੋ ਇਨਸਾਨੀਅਤ ਦੇ ਖਿਲਾਫ ਹੋਵੇ, ਅਸੀਂ ਕੋਈ ਤਸੱਦਦ ਨਹੀਂ ਕਰਨਾ ਤੁਹਾਡੇ ਤੇ। ਜਿਹੜੀ ਤੁਸੀਂ ਬੇਅਦਬੀ ਕੀਤੀ ਹੈ ਨਾ ਦਰਬਾਰ ਸਾਹਿਬ, ਸਰੋਵਰ ਪੂਰੇ ਹੈ, ਉਹ ਸਰੋਵਰ ਤੁਹਾਡੇ ਤੋਂ ਖਾਲੀ ਕਰਵਾਉਣਾ ਹੈ। ਕਾਰ ਸੇਵਾ ਚੱਲ ਰਹੀ ਸੀ ਦਰਬਾਰ ਸਾਹਿਬ ਦੀ, ਸਰੋਵਰ ਨੂੰ ਖਾਲੀ ਕੀਤਾ ਜਾ ਰਿਹਾ ਸੀ। ਲਾਹੌਰ ਤੋਂ ਇਹ 200 ਕੈਦੀ ਜੋ ਗੁਲਾਮ ਬਣਾਇਆ ਹੋਇਆ ਦਰਬਾਰ ਸਾਹਿਬ ਲਿਆਂਦਾ ਗਿਆ, ਸਰੋਵਰ ਦੀ ਮਿੱਟੀ ਇਹਨਾਂ ਤੋਂ ਕਢਵਾਈ ਗਈ ਵੀ ਕੱਢੀ ਚੱਲੋ, ਹੁਣ ਤੁਸੀਂ ਹੀ ਪੂਰੇ ਹੈ, ਤੁਸੀਂ ਹੀ ਖਾਲੀ ਕਰੋਗੇ। ਹੋਰ ਇਹਨਾਂ ਦੇ ਉੱਪਰ ਕੋਈ ਤਸੱਦਦ ਨਹੀਂ ਕੀਤਾ ਗਿਆ। 31 ਅਕਤੂਬਰ 1758 ਈਸਵੀ ਦੀਵਾਲੀ ਵਾਲੇ ਦਿਨ ਸਿੱਖ ਸਰਬੱਤ ਖਾਲਸਾ ਕਰਦੇ ਆ ਦਰਬਾਰ ਸਾਹਿਬ। ਉੱਥੇ ਕੁਝ ਅਹਿਮ ਫੈਸਲੇ ਕੀਤੇ ਜਾਂਦੇ ਆ। ਇੱਕ ਫੈਸਲਾ ਇਹ ਕੀਤਾ ਜਾਂਦਾ ਹੈ, ਸਿੱਖ ਮਿਸਲਾਂ ਦੇ ਵਿੱਚ ਵੰਡੇ ਹੋਏ ਆ ਤੇ ਮਿਸਲਾਂ ਨੇ ਵੱਖ-ਵੱਖ ਇਲਾਕਿਆਂ ਦੇ ਉੱਪਰ ਆਪਣਾ ਰਾਜ ਸਥਾਪਿਤ ਕੀਤਾ ਹੋਇਆ। ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਮਿਸਲਾਂ ਦੀ ਜ਼ਿੰਮੇਵਾਰੀ ਹੈ। ਇੱਕ ਫੈਸਲਾ ਇਹ ਕੀਤਾ ਜਾਂਦਾ ਵੀ ਜਿਹੜੀ ਵੀ ਮਿਸਲ ਜਿਹੜੇ ਵੀ ਇਲਾਕੇ ਦੇ ਵਿੱਚ ਹੈ ਉੱਥੋਂ ਦੀ ਪ੍ਰਜਾ ਦੀ ਹਿਫਾਜ਼ਤ ਕਰਨੀ ਉਸ ਮਿਸਲ ਦੀ ਜ਼ਿੰਮੇਵਾਰੀ ਹੋਵੇਗੀ। ਇੱਕ ਫੈਸਲਾ ਇਹ ਕੀਤਾ ਜਾਂਦਾ ਭਾਵੇਂ ਮਿਸਲਾਂ ਦਾ ਵੱਖ-ਵੱਖ ਇਲਾਕਿਆਂ ਦੇ ਵਿੱਚ ਆਪੋ ਆਪਣਾ ਰਾਜ ਚੱਲਦਾ ਹੈ, ਪਰ ਇਹ ਸਾਂਝੇ ਰੂਪ ਦੇ ਵਿੱਚ ਜਿਹੜਾ ਰਾਜ ਹੈ ਇਹ ਅਕਾਲ ਤਖਤ ਦੇ ਅਧੀਨ ਹੈ। ਵੀ ਇਹ ਸਾਰਾ ਜਿੰਨਾ ਵੀ ਇਲਾਕਾ ਹੈ ਮਿਸਲਾਂ ਦਾ, ਇਹ ਸਾਰਾ ਇਲਾਕਾ ਸਾਂਝੇ ਰੂਪ ਦੇ ਵਿੱਚ ਅਕਾਲ ਤਖਤ ਦੇ ਅਧੀਨ ਹੈਗਾ। ਇੱਕ ਫੈਸਲਾ ਇਹ ਕੀਤਾ ਜਾਂਦਾ ਹੈ, ਜਦੋਂ ਕਦੇ ਵੀ ਕਿਸੇ ਦਾ ਕੋਈ ਲੜਾਈ ਝਗੜਾ ਹੋ ਜਾਵੇਗਾ ਆਪਸ ਦੇ ਵਿੱਚ, ਪਰਿਵਾਰਾਂ ਦੇ ਵਿੱਚ ਲੜਾਈ ਝਗੜੇ ਹੋ ਜਾਂਦੇ ਹੈ, ਉਹਦਾ ਫੈਸਲਾ ਸਰਕਾਰ ਹਕੂਮਤ ਨਹੀਂ ਕਰੇਗੀ। ਹਕੂਮਤ ਦੇ ਕੋਲ ਨਹੀਂ ਜਾਣਾ, ਅਕਾਲ ਤਖਤ ਤੇ ਆਉਣਾ, ਇੱਥੇ ਫੈਸਲੇ ਹੋਣਗੇ। ਕਿਉਂਕਿ ਜਦੋਂ ਸਿੱਖ ਹੁਣ ਇਲਾਕੇ ਤੇ ਕਾਬਜ ਹੋ ਰਹੇ ਆ ਮਿਸਲਾਂ ਦੇ ਰੂਪ ਦੇ ਵਿੱਚ, ਤੇ ਜਦੋਂ ਆਮ ਲੋਕਾਂ ਦੇ ਲੜਾਈ ਝਗੜੇ ਹੁੰਦੇ ਆ ਜਾਂ ਸਿੱਖਾਂ ਦੇ ਆਪਸ ਦੇ ਵਿੱਚ ਵੀ ਲੜਾਈ ਝਗੜੇ ਹੁੰਦੇ ਆ, ਹਕੂਮਤ ਦੇ ਕੋਲ ਨਹੀਂ ਜਾਣਾ, ਹਕੂਮਤ ਦੀ ਚੌਂਕੀ ਦੇ ਵਿੱਚ ਨਹੀਂ, ਅਕਾਲ ਤਖਤ ਤੇ ਫੈਸਲੇ ਹੋਣਗੇ। ਉਹ ਸਮਝੌਤੇ ਇੱਥੇ ਹੋਇਆ ਕਰਨਗੇ। ਇੱਕ ਫੈਸਲਾ ਇਹ ਕੀਤਾ ਗਿਆ ਵੀ ਜਿਹੜੇ ਕਿਸੇ ਮਸਲੇ ਤੇ ਅਸੀਂ ਰਲ ਕੇ ਵੀ ਫੈਸਲਾ ਨਾ ਕਰ ਸਕੇ, ਕਨਫਿਊਜ਼ ਹੋ ਗਏ, ਕੋਈ ਮਸਲਾ ਸਾਡੇ ਸਾਹਮਣੇ
ਅਸੀਂ ਰਲ ਕੇ ਵੀ ਕੋਈ ਫੈਸਲਾ ਨਹੀਂ ਲੈ ਰਹੇ, ਉਹਦਾ ਫੈਸਲਾ ਇੱਕ ਬੰਦਾ ਲਵੇਗਾ, ਜੱਸਾ ਸਿੰਘ ਆਹਲੂਵਾਲੀਆ। ਜੋ ਉਹ ਫੈਸਲਾ ਕਰ ਦੇਵੇਗਾ ਉਹ ਮੰਨਿਆ ਜਾਵੇਗਾ, ਉਹ ਕਿਸੇ ਵੀ ਤਰ੍ਹਾਂ ਦਾ ਫੈਸਲਾ ਹੋਵੇ। ਜੱਸਾ ਸਿੰਘ ਆਹਲੂਵਾਲੀਏ ਨੂੰ ਸਿੱਖ ਇੰਨਾ ਜ਼ਿਆਦਾ ਸਤਿਕਾਰ ਦਿੰਦੇ ਸਨ ਵੀ ਹੱਦੋਂ ਜ਼ਿਆਦਾ, ਵੀ ਜਿਹੜਾ ਫੈਸਲਾ ਸਾਰੀ ਕੌਮ ਨਹੀਂ ਨਾ ਕਰ ਸਕੇਗੀ ਉਹਦਾ ਫੈਸਲਾ ਜੱਸਾ ਸਿੰਘ ਆਹਲੂਵਾਲੀਆ ਕਰੇਗਾ, ਤੇ ਜਿਵੇਂ ਉਹ ਕਰ ਦੇਵੇਗਾ ਸੱਤ ਕਰਕੇ ਮੰਨ ਲਿਆ ਜਾਵੇਗਾ। ਸੁਲਤਾਨ ਏ ਕੌਮ ਕਿਹਾ ਜਾਂਦਾ ਹੈ ਜੱਸਾ ਸਿੰਘ ਆਹਲੂਵਾਲੀਏ ਨੂੰ, ਵੀ ਸਿੱਖ ਕੌਮ ਦਾ ਬਾਦਸ਼ਾਹ ਇੱਕ ਤਰ੍ਹਾਂ ਦਾ ਜੱਸਾ ਸਿੰਘ ਆਹਲੂਵਾਲੀਆ। ਇਹ ਉਸ ਸਮੇਂ ਫੈਸਲੇ ਕੀਤੇ ਜਾਂਦੇ ਆ ਸਿੱਖਾਂ ਦੇ ਵੱਲੋਂ 1758 31 ਅਕਤੂਬਰ ਨੂੰ ਇਹ ਫੈਸਲੇ ਲਏ ਜਾਂਦੇ ਆ। 1759 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ 5ਵਾਂ ਹਮਲਾ ਕਰੇਗਾ। ਹੁਣ ਉਹ ਅਗਲੇ ਸਾਲ ਹੈ, ਉਹਨੇ ਫੇਰ ਦੁਬਾਰੇ ਕੋਸ਼ਿਸ਼ ਕਰਨੀ ਹੈ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨੇ 11 ਹਮਲੇ ਕੀਤੇ ਹੈ ਹਿੰਦੁਸਤਾਨ ਦੇ ਉੱਪਰ, ਤੇ ਇਹ ਉਸ ਦਾ 5ਵਾਂ ਹਮਲਾ ਹੋਵੇਗਾ ਜਿਹੜਾ ਹੁਣ ਕਰਨਾ। ਉਹਨੇ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਸੋ ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।